हाँ जी, शुरू करते हैं बच्चों ਆਪਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਕੱਲ ਆਪਾਂ ਬਹੁਤ ਹੀ ਧਮਾਕੇਦਾਰ ਸੈਸ਼ਨ ਸਟਾਰਟ ਕੀਤੇ ਹੈ ਜਿਹਦੇ ਵਿੱਚ ਆਪਾਂ ਟੌਪਿਕ ਵਾਈਜ਼ ਇਹ ਕਲਾਸ ਕੁਐਸਚਨ ਡਿਸਕਸ ਕਰਾਂਗੇ। ਇਹ ਕਲਾਸਾਂ ਦਾ ਬੱਚੋ ਬੈਨੀਫਿਟ ਇਹ ਵੀ ਹੈ ਵੀ ਇੱਕ ਤਾਂ ਆਪਾਂ ਨੂੰ ਐਗਜ਼ਾਮੀਨਰ ਕੁਐਸਚਨ ਕਿਵੇਂ ਫਰੇਮ ਕਰਦਾ ਹੈ ਉਹਦਾ ਆਪਾਂ ਨੂੰ ਭੇਦ ਆ ਜਾਊਗਾ, ਕੁਐਸਚਨ ਕਿਵੇਂ ਅਟੈਂਪਟ ਕਰਨੇ ਆ ਉਹਦਾ ਭੇਦ ਆ ਜਾਊਗਾ ਤੇ ਨਾਲ ਹੀ ਆਪਣਾ ਸਾਰਾ ਕੰਟੈਂਟ ਵੀ ਰਿਵਾਈਜ਼ ਹੁੰਦਾ ਜਾਊਗਾ। ਸਭ ਤੋਂ ਵੱਡੀ ਚੀਜ਼ ਬੱਚੋ ਰਿਵੀਜ਼ਨ ਹੁੰਦੀ ਹੈ। ਰਿਵੀਜ਼ਨ ਕਰਨੀ ਹੀ ਡਿਫਿਕਲਟ ਹੈ। ਰਿਵੀਜ਼ਨ ਕਰਨ ਵੇਲੇ ਆਪਾਂ ਨੂੰ ਸਮਝ ਨਹੀਂ ਆਉਂਦਾ ਵੀ ਇਹ ਸਵਾਲ ਕਿਵੇਂ ਫਰੇਮ ਹੋ ਸਕਦਾ ਹੈ, ਕਿਵੇਂ ਐਗਜ਼ਾਮੀਨਰ ਘੁਮਾ ਫਰਾ ਸਕਦਾ ਹੈ, ਵੀ ਕਿਵੇਂ ਆਪਾਂ ਨੂੰ ਚੱਕਰ ਆ ਸਕਦਾ ਹੈ ਪੇਪਰ ਦੇ ਵਿੱਚ। ਸਵਾਲ ਆਉਂਦੇ ਹੋਏ ਵੀ ਉਹ ਸਵਾਲ ਪੜਿਆ ਹੋਣ ਦੇ ਬਾਵਜੂਦ ਵੀ ਬੰਦਾ ਗਲਤ ਟਿਕ ਲਾਇਆ ਹੁੰਦਾ। ਤਾਂ ਕਰਕੇ ਸੈਸ਼ਨ ਆਪਣੇ ਬਹੁਤ ਧਮਾਕੇਦਾਰ ਰਹਿਣਗੇ। ਚਲੋ ਫਿਰ ਆਪਾਂ ਅੱਜ ਕੱਲ ਵਾਲੀ ਕਲਾਸ ਨੂੰ ਹਲੇ ਆਪਾਂ ਹੋਰ ਅੱਗੇ ਕੰਟੀਨਿਊ ਕਰਦੇ ਹਾਂ। ਅੱਜ ਆਪਾਂ ਕੁਝ ਹੋਰ ਸਪੈਸ਼ਲ ਫੀਚਰ ਦੀ ਗੱਲ ਕਰਦੇ ਹਾਂ। ਆਮ ਤੌਰ ਤੇ ਨਾ ਸਵਾਲ ਆਪਾਂ ਨੂੰ ਬੜਾ ਮਿਲਦਾ ਹੁੰਦਾ ਵੀ ਅਮਰੀਕਨ ਕਨਸਟੀਟਿਊਸ਼ਨ ਤੇ ਆਪਣਾ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਜਾਂ ਆਪਣੀ ਇੰਡੀਅਨ ਪੋਲਿਟੀ ਹੈ ਇਹਦਾ ਆਪਸ ਦੇ ਵਿੱਚ ਆਪਾਂ ਕਹਿ ਦਈਏ ਵੀ ਕਾਮਨ ਕੀ ਹੈ। ਵੈਸੇ ਤਾਂ ਆਪਾਂ ਫੀਚਰ ਚ ਪੜ੍ਹਦੇ ਹੁੰਦੇ ਆ ਪਰ ਇੱਥੇ ਆਪਾਂ ਸਵਾਲ ਨੂੰ ਹੋਰ ਤਰੀਕੇ ਨਾਲ ਆਪਾਂ ਡਿਸਕਸ ਕਰਾਂਗੇ ਤੇ ਕਾਫੀ ਟਫ ਸਵਾਲ ਬਹੁਤ ਧਿਆਨ ਨਾਲ ਸੁਣਨਾ ਹੈ। ਕਹਿੰਦੇ ਮੈਨਰ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਕਹਿੰਦੇ ਸਿਸਟਮ ਆਫ ਕਲੈਕਟਿਵ ਰਿਸਪੌਂਸਿਬਿਲਟੀ। ਪਹਿਲੀ ਗੱਲ ਤਾਂ ਆ ਦੋਨੇ ਚੀਜ਼ਾਂ ਜਿੰਨਾ ਬੱਚਿਆਂ ਨੂੰ ਨਹੀਂ ਪਤਾ ਇਹ ਆਪਾਂ ਪਾਰਟ ਨੰਬਰ 5 ਵਿੱਚ ਆਪਾਂ ਵਧੀਆ ਤਰੀਕੇ ਨਾਲ ਡਿਸਕਸ ਕਰਦੇ ਹੁੰਦੇ ਆ। ਦੂਜੀ ਗੱਲ ਫਿਰ ਕਹਿੰਦੇ ਆਪਣੇ ਆ ਗਈ ਸਿੰਗਲ ਨਾਗਰਿਕਤਾ। ਪਹਿਲੀ ਗੱਲ ਤਾਂ ਦਿਮਾਗ 'ਚ ਬੱਚੋ ਫਿੱਟ ਰੱਖ ਲਿਓ, ਜਿੱਥੇ ਗੱਲ ਹੋਗੀ ਪਾਰਲੀਮੈਂਟ ਦੀ, ਜਿੱਥੇ ਗੱਲ ਹੋਗੀ ਆਪਾਂ ਕਹਿ ਦਈਏ ਵੀ ਜੁਡੀਸ਼ਰੀ ਦੀ, ਪਹਿਲਾਂ ਆਪਾਂ ਕਰ ਜਿੱਥੇ ਗੱਲ ਹੋਗੀ ਪਾਰਲੀਮੈਂਟ ਦੀ, ਜਿੱਥੇ ਗੱਲ ਹੋਗੀ ਪਾਰਲੀਮੈਂਟ ਦੀ ਤਾਂ ਆਪਣਾ ਅਮਰੀਕਾ ਦੇ ਨਾਲ ਇੱਥੇ ਕੁਝ ਵੀ ਕਾਮਨ ਨਹੀਂ। ਆਪਣਾ ਇਹ ਕਾਮਨ ਹੈ ਬੱਚੋ ਬ੍ਰਿਟਿਸ਼ ਦੇ ਨਾਲ। ਸੋ ਪਹਿਲੇ ਦੋ ਆਪਸ਼ਨ ਤਾਂ ਆਪਾਂ ਆਈ ਭੜਕਾ ਸਕਦੇ ਹਾਂ ਵਿਦਆਊਟ ਐਨੀ ਟੈਂਸ਼ਨ। ਅਮਰੀਕਾ ਦੇ ਨਾਲ ਆਪਣਾ ਕਾਮਨ ਪਤਾ ਕੀ ਹੈ, ਕੁਝ ਹੱਦ ਤੱਕ ਅਮਰੀਕਾ ਦੇ ਨਾਲ ਆਪਣਾ ਕਾਮਨ ਹੁੰਦਾ ਬੱਚੋ ਜੁਡੀਸ਼ਰੀ ਦਾ। ਅਮਰੀਕਾ ਦੇ ਨਾਲ ਆਪਣਾ ਕੁਝ ਹੱਦ ਤੱਕ ਕਾਮਨ ਹੁੰਦਾ ਹੈ ਜਿਹੜੀ ਜੁਡੀਸ਼ਰੀ ਆਪਣੇ ਦੇਸ਼ 'ਚ ਕੰਮ ਕਰਦੀ ਹੈ ਤੇ ਜਿਹੜੀ ਅਮਰੀਕਾ 'ਚ ਕੰਮ ਕਰਦੀ ਹੈ। ਜਿਹੜੀ ਸਿੰਗਲ ਨਾਗਰਿਕਤਾ ਹੈ ਇਹ ਵੀ ਆਪਾਂ ਕਿੱਥੋਂ ਬੋਰੋ ਕੀਤਾ, ਬ੍ਰਿਟਿਸ਼ ਤੋਂ। ਆਹ ਚੀਜ਼ ਇੱਥੇ ਸਿੱਖਣ ਵਾਲੀ ਹੈ। ਇੱਥੇ ਕਹਿੰਦੇ ਇੰਟੀਗ੍ਰੇਟਡ ਜੁਡੀਸ਼ਰੀ, ਇਹ ਪੁਆਇੰਟ ਸਹੀ ਹੈ। ਆਪਣੇ ਇੰਡੀਆ ਦੇ ਵਿੱਚ ਇੰਟੀਗ੍ਰੇਟਡ ਜੁਡੀਸ਼ਰੀ ਹੈ ਬਟ ਇਹਨਾਂ ਨੇ ਪੁੱਛਿਆ ਕਾਮਨ ਅਮਰੀਕਾ ਦੇ ਵਿੱਚ ਕੀ ਹੈ ਬੱਚੋ, ਇੰਡੀਪੈਂਡੈਂਟ ਜੁਡੀਸ਼ਰੀ। ਇਹਦਾ ਮਤਲਬ ਕੀ ਹੈ, ਬਹੁਤ ਧਿਆਨ ਨਾਲ ਸੁਣਨਾ, ਕਾਫੀ ਟਫ ਚੀਜ਼ ਹੈ ਜਿਹੜੀ ਆਪਾਂ ਸਿੰਪਲ ਤਰੀਕੇ ਨਾਲ ਦੇਖ ਲਾਂਗੇ। ਜਿਹੜੀ ਅਮਰੀਕਾ ਦੇ ਵਿੱਚ ਇੰਡੀਪੈਂਡੈਂਟ ਜੁਡੀਸ਼ਰੀ ਹੈ ਕਿਉਂਕਿ ਅਮਰੀਕਾ 'ਚ ਕੀ ਹੈ, ਯੂਐਸ 'ਚ ਕੀ ਹੈ, ਫੈਡਰਲ ਕੋਰਟਸ ਹੈ। ਯੂਐਸ ਦੇ ਵਿੱਚ ਬੱਚੋ ਕੀ ਹੈ, ਫੈਡਰਲ ਕੋਰਟ ਹੈ। ਹਰ ਇੱਕ ਸਟੇਟ ਦੀ ਆਪਾਂ ਪੰਜਾਬੀ 'ਚ ਕਹੋ ਅਲੱਗ-ਅਲੱਗ ਸੁਪਰੀਮ ਕੋਰਟ ਹੈ ਪਰ ਆਪਣੇ ਦੇਸ਼ 'ਚ ਕੀ ਹੈ, ਇੰਟੀਗ੍ਰੇਟਡ ਹੈ। ਤੇ ਜਿਹੜੀਆਂ ਆਪਣੀਆਂ ਹਾਈ ਕੋਰਟ ਹੈ ਉਹ ਸੁਪਰੀਮ ਕੋਰਟ ਦੇ ਕਹਿਣੇ ਤੋਂ ਬਾਹਰ ਨਹੀਂ ਜਾ ਸਕਦੀਆਂ। ਆਪਣੇ ਮੁਲਕ ਦੇ ਵਿੱਚ ਹਾਈ ਕੋਰਟਾਂ ਇੰਡੀਪੈਂਡੈਂਟ ਕੰਮ ਨਹੀਂ ਕਰ ਸਕਦੀਆਂ ਵੀ ਇਹ ਕੰਟਰੋਲ ਇੱਕ ਦੂਜੇ ਥੱਲੇ। ਡਿਸਟ੍ਰਿਕਟ ਕੋਰਟ ਹੈ, ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ, ਇਹਨੂੰ ਕਹਿੰਦੇ ਆਪਾਂ ਇੰਟੀਗ੍ਰੇਟਡ ਜੁਡੀਸ਼ਰੀ। ਇਹ ਆਪਣੇ ਇੰਡੀਆ ਦੇ ਵਿੱਚ ਹੈ ਬਟ ਯੂਐਸ ਕੀ ਹੈ, ਇੰਡੀਪੈਂਡੈਂਟ ਜੁਡੀਸ਼ਰੀ। ਮਤਲਬ ਉੱਥੇ ਸੁਪਰੀਮ ਕੋਰਟ ਦਾ ਆਪਾਂ ਨਹੀਂ ਕਹਿ ਸਕਦੇ ਵੀ ਹਾਈ ਕੋਰਟ ਵੀ ਉਹ ਤੇ ਕੰਟਰੋਲ ਕਰਦੀ ਹੈ, ਉੱਥੇ ਉਹ ਇੰਡੀਪੈਂਡੈਂਟ ਹੈ। ਨਾਂ ਤੇ ਪਤਾ ਲੱਗੀ ਜਾਂਦਾ ਯਾਰ। ਆਪਾਂ ਕਿਤੇ ਅੱਜ ਤੱਕ ਅੱਖਰ ਧਿਆਨ ਨਾਲ ਨਹੀਂ ਪੜ੍ਹੇ, ਆਪਾਂ ਡੈਫੀਨੇਸ਼ਨ ਉਲਝ ਜਾਂਦੇ ਆ। ਉਹ ਨਾਮ ਦੇਖੋ, ਇੰਡੀਪੈਂਡੈਂਟ ਹੈ, ਇਹ ਇੰਟੀਗ੍ਰੇਟਡ ਹੈ। ਸੋ ਆਪਾਂ ਸਵਾਲ ਪੁੱਛਿਆ ਕਾਮਨ, ਤਾਂ ਕਾਮਨ ਤਾਂ ਕੁਝ ਵੀ ਨਹੀਂ ਆਇਆ। ਕਾਮਨ ਤਾਂ ਇੱਥੇ ਅਮਰੀਕਾ ਦੇ ਨਾਲ ਕੁਝ ਵੀ ਨਹੀਂ। ਆਨਸਰ ਬੱਚਾ ਆਪਣਾ ਡੀ ਆ ਗਿਆ। ਆਨਸਰ ਕੀ ਆ ਗਿਆ, ਡੀ। ਇਹ ਸਾਰੇ ਪੁਆਇੰਟ ਨਾਲ ਦੀ ਨਾਲ ਸਿੱਖਦੇ ਜਾਣੇ ਆਪਾਂ। ਇਹ ਸਾਰੇ ਪੁਆਇੰਟ ਸਿੱਖਣ ਦਾ ਫਾਇਦਾ ਕੀ ਹੈ, ਕਿਉਂਕਿ ਇਹੋ ਜਿਹੀਆਂ ਟਰਮਾਂ ਆਪਾਂ ਨੂੰ ਕਲੀਅਰ ਹੋ ਜਾਣਗੀਆਂ। ਠੀਕ ਹੈ, ਚਲੋ ਫਿਰ ਅਗਲਾ ਕੁਐਸਚਨ। ਕਹਿੰਦੇ ਇਹਦੇ ਵਿੱਚੋਂ ਕਰੈਕਟ ਸਟੇਟਮੈਂਟ ਕਿਹੜੀ ਹੈ। ਕਹਿੰਦੇ ਟਰਮ ਫੈਡਰੇਸ਼ਨ ਹੈਜ਼ ਨਾਟ ਬੀਨ ਯੂਜ਼ਡ ਇਨ ਦਾ ਕਨਸਟੀਟਿਊਸ਼ਨ। ਫੈਡਰੇਸ਼ਨ ਵਰਡ ਕਹਿੰਦੇ ਆਪਣੇ ਸੰਵਿਧਾਨ 'ਚ ਯੂਜ਼ ਨਹੀਂ ਕੀਤਾ ਗਿਆ। ਪਹਿਲੀ ਗੱਲ ਤਾਂ ਬੱਚੋ ਆਪਣੇ ਸੰਵਿਧਾਨ ਦਾ ਪਾਰਟ ਨੰਬਰ ਪਹਿਲਾ, ਆਪਣੇ ਸੰਵਿਧਾਨ ਦਾ ਪਾਰਟ ਨੰਬਰ ਪਹਿਲਾ ਜਿਹਦੇ ਵਿੱਚ ਕਿੰਨੇ ਆਰਟੀਕਲ ਹੁੰਦੇ ਆ, ਕਿੰਨੇ ਅਨੁਛੇਦ ਹੈ, 1 ਤੋਂ ਲੈ ਕੇ 4। ਤੇ ਇਹਦਾ ਨਾਮ ਕੀ ਹੁੰਦਾ ਬੱਚੋ, ਇਹਦਾ ਨਾਮ ਹੁੰਦਾ ਯੂਨੀਅਨ ਐਂਡ ਇਟਸ ਟੈਰੀਟਰੀਜ਼। ਯੂਨੀਅਨ ਐਂਡ ਇਟਸ ਟੈਰੀਟਰੀਜ਼, ਸੰਘ ਅਤੇ ਉਸ ਦਾ ਰਾਜ ਖੇਤਰ। ਇੱਥੇ ਆਪਾਂ ਬੱਚੋ ਆਰਟੀਕਲ ਨੰਬਰ 1 ਪੜ੍ਹਦੇ ਹੁੰਦੇ ਆ। ਸੰਵਿਧਾਨ ਦੇ ਆਰਟੀਕਲ ਨੰਬਰ 1 ਚ ਕੀ ਲਿਖਿਆ ਹੈ ਵੀ ਇੰਡੀਆ ਇਜ਼ ਡਿਸਕ੍ਰਾਈਬਡ ਐਜ਼ ਯੂਨੀਅਨ ਆਫ ਸਟੇਟਸ, ਨਾ ਕਿ ਫੈਡਰੇਸ਼ਨ ਆਫ ਸਟੇਟ। ਤਾਂ ਇਹਦਾ ਮਤਲਬ ਇਹ ਸਹੀ ਹੈ ਵੀ ਫੈਡਰੇਸ਼ਨ ਵਰਡ ਆਪਾਂ ਯੂਜ਼ ਨਹੀਂ ਕੀਤਾ। ਇਹ ਗੱਲ ਆਪਾਂ ਯਾਦ ਰੱਖਣੀ ਹੈ। ਦੂਜੀ ਗੱਲ ਕਹਿੰਦੇ ਆਪਾਂ ਵਰਡ ਯੂਜ਼ ਕੀਤਾ ਹੈ ਯੂਨੀਅਨ ਆਫ ਸਟੇਟ, ਜਮਾ ਸਹੀ ਹੈ ਬੱਚੋ। ਸੰਵਿਧਾਨ ਦੇ ਆਰਟੀਕਲ ਨੰਬਰ 1 ਦੇ ਵਿੱਚ ਆਪਾਂ ਆਹੀ ਯੂਜ਼ ਕੀਤਾ ਹੋਇਆ ਹੈ। ਫਿਰ ਕਹਿੰਦੇ ਜਿਹੜਾ ਆਪਣਾ ਇੰਡੀਅਨ ਫੈਡਰਲ ਸਿਸਟਮ ਹੈ ਇਹ ਕਹਿੰਦੇ ਕੈਨੇਡੀਅਨ ਮਾਡਲ ਹੈ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਸੈਂਟਰ ਸਟੇਟ ਰਿਲੇਸ਼ਨ, ਜਿੱਥੇ ਫੈਡਰਲ
ਜਿੱਥੇ ਕੁਝ ਵੀ ਆਖਰ ਦਿੰਦਾ ਚੁੱਪ ਕਰਕੇ ਕੈਨੇਡਾ ਭੜਕਾ ਦਿਆ ਕਰੋ। ਪਾਰਲੀਮੈਂਟ ਦੇ ਨਾਲ ਸੰਬੰਧਿਤ ਹੈ ਬ੍ਰਿਟਿਸ਼ ਭੜਕਾ ਦਿਆ ਕਰੋ। ਸੁਪਰੀਮ ਕੋਰਟ ਆਪਾਂ ਅੱਗੇ ਪੜਾਂਗੇ ਵੈਸੇ ਫੀਚਰ, ਉਹ ਜੁਡੀਸ਼ਰੀ ਜ਼ਿਆਦਾਤਰ ਆਪਣੀ ਅਮਰੀਕਾ ਦੇ ਨਾਲ ਸੰਬੰਧਿਤ ਹੈ। ਕੰਮ ਸੌਖਾ ਹੀ ਹੈ, ਜਮਾ ਜਮਾ ਬੱਚੋ ਸੌਖਾ ਕੰਮ ਹੈ। ਤਾਂ ਇੱਥੇ ਅਗੇਨ ਆ ਵੀ ਆਪਣਾ ਸਹੀ ਹੈ, ਤਾਂ ਇੱਥੇ ਫਿਰ ਆਪਣਾ ਸਹੀ ਜਵਾਬ ਕੀ ਆ ਗਿਆ, ਡੀ ਆ ਗਿਆ 1 2 ਐਂਡ 3। ਇਹ ਗੱਲ ਆਪਾਂ ਯਾਦ ਰੱਖਣੀ ਹੈ। ਚਲੋ ਕਹਿੰਦੇ ਵਿਚ ਆਫ ਦਾ ਫੋਲੋਇੰਗ ਫੀਚਰ, ਬਸ ਇਹਦਾ ਸਿੱਧਾ ਸਵਾਲ ਹੈ। ਕਹਿੰਦੇ ਆਪਾਂ ਜਰਮਨੀ ਤੋਂ ਕੀ ਲਿਆ, ਕਹਿੰਦੇ ਆਪਾਂ ਜਰਮਨੀ ਤੋਂ ਕਿਹੜਾ ਫੀਚਰ ਬੋਰੋ ਕੀਤਾ। ਸੱਚ ਹਾਂ, ਇਹ ਮੈਂ ਤੁਹਾਨੂੰ ਕੱਲ ਕਰਵਾ ਚੁੱਕਿਆ। ਦਾ ਆਈਡੀਆ ਆਫ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ, ਆ ਦੱਸੋ ਕਿੱਥੋਂ ਲਿਆ। ਮੈਂ ਤੁਹਾਨੂੰ ਹੁਣੀ ਕੀ ਕਿਹਾ, ਫੈਡਰਲ, ਫੈਡਰੇਸ਼ਨ, ਯੂਨੀਅਨ, ਸਟੇਟ। ਚੁੱਪ ਕਰਕੇ ਅੱਖਾਂ ਬੰਦ ਕਰਕੇ ਕੈਨੇਡਾ ਭੜਕਾ ਦਿਓ ਯਾਰ, ਕੋਈ ਰੋਕ ਨਹੀਂ ਕੋਈ ਟੋਕ ਨਹੀਂ, ਨੋ ਟੈਂਸ਼ਨ। ਕਹਿੰਦੇ ਆਪਣੇ ਜਿਹੜੇ ਰਾਸ਼ਟਰਪਤੀ ਦੀਆਂ ਇਲੈਕਸ਼ਨਾਂ ਹੁੰਦੀਆਂ, ਇਹਦਾ ਮੈਥਡ ਆਪਾਂ ਕਿੱਥੋਂ ਲਿਆ, ਜਿੱਥੋਂ ਬੱਚੋ ਆਪਾਂ ਡਾਇਰੈਕਟਿਵ ਪ੍ਰਿੰਸੀਪਲਸ ਲਈ ਹੈ। ਮਤਲਬ ਇਹ ਆਪਾਂ ਬੋਰੋ ਕੀਤਾ ਆਇਰਲੈਂਡ ਤੋਂ, ਇਹ ਬੱਚੋ ਆਪਾਂ ਬੋਰੋ ਕੀਤਾ ਆਇਰਲੈਂਡ ਤੋਂ। ਐਮਰਜੈਂਸੀ ਪਾਵਰਾਂ, ਇਹ ਆਪਾਂ ਬੱਚੋ ਮੈਂ ਤੁਹਾਨੂੰ ਕੱਲ ਹੀ ਦੱਸ ਕੇ ਹਟਿਆ, ਗਵਰਨਮੈਂਟ ਆਫ ਇੰਡੀਆ ਐਕਟ 1935। ਫਿਰ ਕਹਿੰਦੇ ਜਦੋਂ ਆਪਣੇ ਐਮਰਜੈਂਸੀ ਲੱਗ ਜੇ ਤਾਂ ਆਪਾਂ ਫੰਡਾਮੈਂਟਲ ਰਾਈਟ ਸਸਪੈਂਡ ਕਰ ਦਿੰਦੇ ਆ। ਆ ਗਿਆ ਯਾਦ, ਇਹ ਆਪਣਾ ਜਵਾਬ ਹੈ। ਇਹ ਆਪਾਂ ਜਰਮਨੀ ਤੋਂ ਲਿਆ। ਇਹ ਫੀਚਰ ਸਭ ਤੋਂ ਆਪਾਂ ਕਹਿ ਦਈਏ ਬੱਚਿਆਂ ਵਾਸਤੇ ਔਖਾ ਫੀਚਰ ਹੈ। ਬੰਦਾ ਪੇਪਰ ਸਹੀ ਟਿਕ ਬਹੁਤ ਘੱਟ ਲਾਉਂਦਾ, ਤਾਂ ਕਰਕੇ ਇਹਨੂੰ ਮੈਂ ਅੱਜ ਫੇਰ ਇਹਦੀ ਪ੍ਰੈਕਟਿਸ ਕਰਵਾਤੀ। ਠੀਕ ਹੈ, ਚਲੋ ਫਿਰ ਅਗਲਾ। ਕਹਿੰਦੇ ਸਿੱਕਿਮ ਨਵੀਂ ਸਟੇਟ ਬਣੀ ਹੈ। ਪਹਿਲੀ ਗੱਲ ਤਾਂ ਬੱਚੋ ਸਿੱਕਿਮ ਆਪਣੇ ਇੰਡੀਆ ਦਾ ਆਜ਼ਾਦੀ ਤੋਂ ਬਾਅਦ ਪਾਰਟ ਨਹੀਂ ਸੀ, ਪਾਰਟ ਨਹੀਂ ਸੀ ਮਤਲਬ ਇੰਡੀਆ ਇਹਦਾ ਪਾਰਟ ਨਹੀਂ ਸੀ। ਯੂਨੀਅਨ ਆਫ ਸਟੇਟਸ ਦਾ ਉਹ ਅੱਡ ਉੱਥੇ ਇੰਡੀਪੈਂਡੈਂਟ ਕੀ ਸੀਗਾ, ਰਾਜਾ। ਅੱਡ ਇੰਡੀਪੈਂਡੈਂਟ ਕੀ ਸੀਗਾ, ਰਾਜਾ ਸੀਗਾ। ਫਿਰ ਆਪਾਂ 1975 ਦੇ ਵਿੱਚ ਆਪਾਂ 35ਵੀਂ ਅਮੈਂਡਮੈਂਟ ਦੇ ਨਾਲ 1975 ਦੇ ਵਿੱਚ ਆਪਾਂ 35ਵੀਂ ਅਮੈਂਡਮੈਂਟ ਦੇ ਨਾਲ ਉਹਨੂੰ ਇੰਡੀਆ ਦੇ ਵਿੱਚ ਐਡ ਕਰ ਲਿਆ ਐਜ਼ ਅ ਐਸੋਸੀਏਟ ਸਟੇਟ। ਉਹਨੂੰ ਆਪਾਂ ਮਤਲਬ ਅਸਾਮ ਵਗੈਰਾ ਦਾ ਪਾਰਟ ਬਣਾਤਾ। ਬਟ ਇਹਦੇ ਸਵਾਲ ਕੀ ਪੁੱਛਿਆ ਵੀ ਇੰਡੀਆ ਨੂੰ ਆਪਾਂ ਨਵੀਂ ਸਟੇਟ ਕਦੋਂ ਬਣਾਇਆ, ਤਾਂ ਹੀ ਤਾਂ ਇਹ ਅਮੈਂਡਮੈਂਟਾਂ ਬਾਹਲੀਆਂ ਉਲਝਾਉਂਦੀਆਂ। ਤਾਂ ਇੱਥੇ ਆਪਾਂ ਟਿਕ ਲਾਵਾਂਗੇ 36ਵੀਂ ਅਮੈਂਡਮੈਂਟ ਦੇ ਨਾਲ ਬੱਚੋ ਆਪਣੀ ਸਿੱਕਿਮ ਨੂੰ ਅਲੱਗ ਸਟੇਟ ਦਾ ਦਰਜਾ ਦੇ ਦਿੱਤਾ ਗਿਆ। ਆਪਣਾ ਨਾ ਇੱਕ ਤੁਹਾਨੂੰ ਮੈਂ ਚਾਰਟ ਬਣਵਾਇਆ ਹੋਊਗਾ, ਉਹ ਚਾਰਟ ਪੱਕਾ ਯਾਦ ਕਰਨਾ ਵੀ ਜਦੋਂ ਆਪਣੇ ਮੁਲਕ ਦੇ ਵਿੱਚ 60 ਚ ਕੀ ਬਣਿਆ ਜੀ, ਮਹਾਰਾਸ਼ਟਰ ਐਂਡ ਗੁਜਰਾਤ। ਇਹ ਯਾਦ ਕਰਨਾ ਹੀ ਕਰਨਾ। 61 ਚ ਕੀ ਬਣਿਆ ਜੀ, ਦਾਦਰ ਨਗਰ ਹਵੇਲੀ। 62 ਚ ਕੀ ਬਣਿਆ, ਗੋਆ, ਦਮਨ ਤੇ ਦਿਊ। ਫਿਰ ਪੁਡੂਚੇਰੀ, ਫਿਰ ਨਾਗਾਲੈਂਡ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਫਿਰ ਹਿਮਾਚਲ। ਉਹ ਚਾਰਟ ਰੱਟ ਕੇ ਜਾਇਓ। ਮੈਂ ਕਿਉਂ ਕਹਿ ਰਿਹਾ, ਕਿਉਂਕਿ ਆਪਾਂ ਨੂੰ ਸਿੱਧਾ ਪੁੱਛ ਲੈਂਦੇ ਹੈ ਵੀ ਸਿੱਕਿਮ ਕਿੰਨਵੀਂ ਸਟੇਟ ਹੈ, ਤਾਂ ਬੱਚੋ ਆਪਾਂ ਟਿਕ ਲਾਵਾਂਗੇ 22ਵੀਂ। ਸਿੱਕਿਮ ਆਪਣੀ ਕਿੰਨਵੀਂ ਸਟੇਟ ਹੈ, ਟਿਕ ਲਾਵਾਂਗੇ 22ਵੀਂ। ਇੱਕ ਪੁੱਛਦਾ ਹਿਮਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਕਿੰਨਵੀਂ ਸਟੇਟ ਹੈ, ਟਿਕ ਲਾਵਾਂਗੇ 18ਵੀਂ। ਇੱਕ ਆਪਾਂ ਨੂੰ ਯਾਦ ਹੈ ਪੁੱਛਦਾ ਗੋਆ, ਗੋਆ ਕਿੰਨਵੀਂ ਸਟੇਟ ਹੈ, ਆਪਾਂ ਟਿਕ ਲਾਵਾਂਗੇ 25ਵੀਂ। ਇਹ ਤਿੰਨੇ ਤਾਂ ਮੈਂ ਕਹਿੰਦਾ ਪੇਪਰ ਵਾਲਿਆਂ ਦੀਆਂ ਫੇਵਰੇਟ ਹੈ। ਕਾਰਨ ਇਹਨਾਂ ਪਿੱਛੇ ਕਾਰਨ, ਕਿਉਂਕਿ ਇਹ ਪਹਿਲਾਂ ਦੋਨੇ ਯੂਟੀਆਂ ਹੁੰਦੀਆਂ ਸੀ। ਯੂਟੀਆਂ ਕਿਸੇ ਹੋਰ ਸਾਲ ਬਣੀਆਂ ਤੇ ਸਟੇਟਾਂ ਕਿਸੇ ਹੋਰ ਸਾਲ ਬਣੀਆਂ, ਤਾਂ ਪੇਪਰ ਵਾਲਾ ਪਾ ਕੇ ਆਪਾਂ ਨੂੰ ਉਲਝਾਉਂਦਾ ਹੈ। ਸਮਝ ਗਏ। ਇਹ 18ਵੀਂ ਸਟੇਟ ਹੈ, ਸਿੱਕਿਮ 22ਵੀਂ ਹੈ, ਗੋਆ 25ਵੀਂ ਹੈ। ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਹੈ। ਚਲੋ ਆਹ ਸਵਾਲ ਸਮਝਣ ਤੋਂ ਪਹਿਲਾਂ ਇੱਕ ਗੱਲ ਸੁਣ ਲਓ ਵੀ ਜਦੋਂ ਬੱਚੇ ਆਪਣਾ ਮੁਲਕ ਆਜ਼ਾਦ ਹੋਇਆ, ਜਦੋਂ ਆਪਣਾ ਮੁਲਕ ਆਜ਼ਾਦ ਹੋਇਆ, ਜੇ ਫੋਰ ਐਗਜ਼ਾਮਪਲ ਅੱਜ ਹੈ ਯਾਰ, ਅੱਜ ਆਪਣੇ ਮੁਲਕ ਦੇ ਵਿੱਚ ਕਿੰਨੀਆਂ ਸਟੇਟਾਂ ਨੇ, ਤਾਂ ਆਪਾਂ ਟਿਕ ਲਾਉਣੇ ਆ 28 ਸਟੇਟਾਂ ਨੇ। ਅੱਜ ਆਪਣੇ ਮੁਲਕ ਦੇ ਵਿੱਚ ਬੱਚੋ ਕਿੰਨੀਆਂ ਯੂਨੀਅਨ ਟੈਰੀਟਰੀਜ਼ ਨੇ, ਤਾਂ ਆਪਾਂ ਟਿਕ ਲਾਉਣੇ ਆ 8 ਕੇਂਦਰ ਸ਼ਾਸਤ ਰਾਜ ਤੇ 28 ਸਟੇਟਾਂ। ਪਰ ਜੇ ਪੁੱਛ ਲਿਆ ਆਜ਼ਾਦੀ ਵੇਲੇ ਜੀ, ਨਹੀਂ ਪਤਾ ਜੀ। ਕਿਉਂ, ਆਜ਼ਾਦੀ ਵੇਲੇ ਤਾਂ ਆਪਾਂ ਆਪਣੇ ਮੁਲਕ ਦੇ ਚਾਰ ਪਾਰਟ ਬਣਾਤੇ, ਪਾਰਟ ਏ, ਪਾਰਟ ਬੀ, ਪਾਰਟ ਸੀ ਤੇ ਪਾਰਟ ਡੀ। 4 ਪਾਰਟ ਬਣਾਤੇ ਆਪਾਂ। ਜਿਵੇਂ ਪਾਰਟ ਏ ਦੇ ਵਿੱਚ ਕੀ ਕਰਤਾ ਆਪਾਂ, ਪਾਰਟ ਏ ਦੇ ਵਿੱਚ ਆਪਾਂ ਰੱਖਤੀਆਂ ਪਾਰਟ ਏ ਚ ਆਪਣੀਆਂ ਸੀਗੀਆਂ 9 ਸਟੇਟਾਂ। ਵੀ ਜਿਵੇਂ ਅੱਜ ਆਪਣੀਆਂ ਸਟੇਟਾਂ ਨਹੀਂ ਹੁੰਦੀਆਂ, ਜਿਵੇਂ ਆਪਣਾ ਪੰਜਾਬ ਹੋ ਗਿਆ। ਪੰਜਾਬ ਆਪਣੀ ਬੱਚੋ ਕੀ ਹੈ, ਪੰਜਾਬ ਆਪਣੀ ਸਟੇਟ ਹੈ ਨਾ, ਜਿਵੇਂ ਅਸਾਮ, ਬਿਹਾਰ, ਬੰਬੇ, ਮੱਧ ਪ੍ਰਦੇਸ਼, ਪੰਜਾਬ, ਯੂਪੀ। ਇਹਦਾ ਮਤਲਬ ਪਾਰਟ ਏ ਦੇ ਵਿੱਚ ਜਿਸ ਨੂੰ ਪੁੱਛਿਆ ਪੰਜਾਬ ਕਿਹੜੇ ਪਾਰਟ ਸੀ ਆਜ਼ਾਦੀ ਤੋਂ ਬਾਅਦ, ਤਾਂ ਆਪਾਂ ਟਿਕ ਬੱਚੋ ਪਾਰਟ ਏ ਲਾਵਾਂਗੇ। ਆਈ ਫਿਰ ਆਪਣਾ ਪਾਰਟ ਬੀ ਆ ਜਾਂਦਾ। ਪਾਰਟ ਬੀ ਦੇ ਵਿੱਚ 8 ਸੀ, 8 ਰਾਜੇ ਦੀਆਂ ਰਿਆਸਤਾਂ। ਪਾਰਟ ਫਿਰ ਆਪਣਾ ਸੀ ਸੀਗਾ, ਉਹ ਚ ਆਪਣਾ 10 ਸੀ, 10 ਉਹ ਕੀ ਸੀ, ਜਿਵੇਂ ਅੱਜ ਆਪਣੀਆਂ ਯੂਨੀਅਨ ਟੈਰੀਟਰੀਜ਼ ਹੈ, ਕੇਂਦਰ ਸ਼ਾਸਤ ਰਾਜ। ਆਈ ਆਪਣਾ ਬੱਚੋ ਪਾਰਟ ਡੀ ਸੀ।
ਕਹਿੰਦੇ ਪਾਰਟ ਡੀ ਦੇ ਵਿੱਚ ਫਿਰ ਦੱਸੋ, ਕਹਿੰਦੇ ਇਹਦੇ ਵਿੱਚੋਂ ਕੀ ਸੀ, ਵਿੰਧਿਆ ਪ੍ਰਦੇਸ਼ ਸੀ, ਬੰਬੇ ਸੀ, ਮਦਰਾਸ ਸੀ ਕਿ ਅੰਡੇਮਾਨ ਨਿਕੋਬਾਰ ਸੀ। ਤਾਂ ਆਪਣਾ ਬੱਚੋ ਪਾਰਟ ਡੀ ਦੇ ਵਿੱਚ ਇਕਲੌਤਾ ਹੀ ਸੀ ਅੰਡੇਮਾਨ ਤੇ ਨਿਕੋਬਾਰ। ਸਮਝ ਗਏ ਸਵਾਲ? ਇਹ ਸਵਾਲ ਯਾਦ ਰੱਖਣੇ ਆਪਾਂ ਸਾਰੇ ਪੁਆਇੰਟ। ਇਹ ਵੀ ਪਾਰਟ ਏ ਚ 9 ਸਟੇਟਾਂ, ਪਾਰਟ ਬੀ ਦੇ ਵਿੱਚ 8, ਪਾਰਟ ਸੀ ਦੇ ਵਿੱਚ 10 ਤੇ ਪਾਰਟ ਡੀ ਦੇ ਵਿੱਚ 1। ਇਹ ਆਪੋ ਆਪਣੀ ਵਰਡਿੰਗ ਚ ਲਿਖਦੇ ਵੀ ਜਾਓ। ਜੇ ਪੁੱਛਿਆ ਪੈਪਸੂ ਕਿਹੜੇ ਪਾਰਟ ਸੀਗਾ, ਪੈਪਸੂ ਸੀਗਾ ਆਪਣਾ ਪਾਰਟ ਬੀ ਦੇ ਵਿੱਚ, ਕਿਉਂਕਿ ਪੈਪਸੂ ਕੀ ਸੀ ਬੱਚਿਓ, ਪੈਪਸੂ ਸੀ ਰਾਜੇ ਦੀ ਰਿਆਸਤ। ਜੇ ਪੁੱਛਿਆ ਪੰਜਾਬ ਕਿਹੜੇ ਪਾਰਟ ਦੇ ਵਿੱਚ ਸੀ, ਆਪਣਾ ਪਾਰਟ ਏ। ਅੰਡੇਮਾਨ ਨਿਕੋਬਾਰ ਕਿਹੜੇ ਸੀ, ਪਾਰਟ ਡੀ। ਹੁਣ ਤਾਂ ਨਹੀਂ ਭੁੱਲਦੇ, ਬਹੁਤ ਹੀ ਸਿੰਪਲ ਚੀਜ਼ ਹੈ ਬਟ ਬਹੁਤ ਟਫ ਹੈ। ਜਿਹਨੇ ਨਹੀਂ ਪੜਿਆ ਹੋਊਗਾ ਆਪਣੇ ਵਾਸਤੇ ਸਿੰਪਲ ਹੋਊਗੀ ਬਸ। ਆ ਦੇਖੋ ਮੈਂ ਤੁਹਾਨੂੰ ਤਾਂ ਕਿਹਾ ਸੀ ਵੀ ਲੈਣੋ ਵਾਰ ਚੰਨ ਵਾਸਤੇ ਪਾ ਦਿੰਦੇ ਆ। ਹੁਣ ਦੇਖੋ ਮਹਾਰਾਸ਼ਟਰ ਬਣਿਆ 60 ਦੇ ਵਿੱਚ, ਕੇਰਲਾ ਤਾਂ ਆਪਣਾ 1956 ਚ ਹੀ ਬਣ ਗਿਆ ਸੀ, ਹਿਮਾਚਲ ਪ੍ਰਦੇਸ਼ 1971 ਚ ਸਟੇਟ ਬਣੀ ਹੈ, ਮਣੀਪੁਰ 1972 ਚ ਬਣੀ ਹੈ। ਹੁਣ ਲੈਣੋ ਵਾਰ ਚੰਨੇ ਆਪਾਂ, ਇਹ ਪਹਿਲਾਂ ਆਊਗਾ ਕੇਰਲਾ, ਆ ਆਨਸਰ ਬਣ ਗਿਆ। ਪਹਿਲਾਂ ਆਊਗਾ ਕੇਰਲਾ, ਫਿਰ ਆਊਗਾ ਮਹਾਰਾਸ਼ਟਰ, ਫਿਰ ਆਊਗਾ ਹਿਮਾਚਲ ਤੇ ਫਿਰ ਆਊਗਾ ਮਣੀਪੁਰ। ਹੁਣ ਜੇ ਚਾਰਟ ਯਾਦ ਹੈ ਤਾਂ ਸਵਾਲ ਤਾਂ ਅਟੈਂਪਟ ਹੋਊਗਾ। ਸਵਾਲ ਟਾਫੀ ਪੇਪਰ 'ਚ ਮਿਲਣਗੇ ਆਪਾਂ ਨੂੰ। ਜਵਾਕਾਂ ਦੇ ਸਵਾਲ ਤਾਂ ਪਾਉਣ ਨਹੀਂ ਲੱਗੇ ਵੀ ਹਿਮਾਚਲ ਸਟੇਟ ਕਿੱਦੇ ਬਣੀ ਹੈ, ਇੱਕ ਲਾ ਦਾਂ 71, ਨਹੀਂ ਉਹ ਆਏ ਆਪਾਂ ਨੂੰ ਪੂਰੀ ਨੌਲੇਜ ਭਾਲਦਾ ਆਪਾਂ ਤੋਂ। ਮਣੀਪੁਰ, ਤ੍ਰਿਪੁਰਾ ਤੇ ਮੇਘਾਲਿਆ ਇਹ ਤਿੰਨੇ 72 ਦੇ ਵਿੱਚ ਬਣੀ ਹੈ। ਸਵਾਲ ਕਿਵੇਂ ਪੁੱਛ ਸਕਦੇ ਆ, 18ਵੀਂ ਸਟੇਟ ਕਿਹੜੀ ਹੈ, 22ਵੀਂ ਕਿਹੜੀ ਹੈ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਅੱਜ ਆਪਣੇ ਮੁਲਕ 2014 ਚ ਬੱਚੋ ਆਪਣੇ ਮੁਲਕ ਦੇ ਵਿੱਚ 29 ਸੀਗੀਆਂ ਸਟੇਟਾਂ ਤੇ 9 ਸੀਗੀਆਂ ਯੂਨੀਅਨ ਟੈਰੀਟਰੀ। ਸਰਕਾਰ ਨੇ 2019 ਚ ਕੀ ਕਰਿਆ, ਇੱਕ ਸਟੇਟ ਸੀ ਜੰਮੂ ਐਂਡ ਕਸ਼ਮੀਰ, ਉਹਨੂੰ ਤੋੜ ਕੇ ਆਪਾਂ ਬਣਾਤੀਆਂ 2 ਯੂਨੀਅਨ ਟੈਰੀਟਰੀਜ਼। ਸੋ ਸਟੇਟਾਂ ਰਹਿ ਗਈਆਂ 28, ਸਟੇਟਾਂ ਰਹਿ ਗਈਆਂ 28 ਤੇ ਯੂਟੀਆਂ ਕਿੰਨੀਆਂ ਬਣ ਗਈਆਂ, ਯੂਟੀਆਂ ਕਿੰਨੀਆਂ ਬਣ ਗਈਆਂ ਓਏ, ਨਹੀਂ 28 ਸਟੇਟਾਂ, ਕੰਮ ਟੇਢਾ ਹੋ ਗਿਆ ਯਾਰ। 28 7 ਸੀ ਓਏ, ਮੈਂ ਆਖੀ ਨਾ ਚੱਕਰ ਕੀ ਪਈ ਜਾਂਦਾ, ਐਂ ਦਿਮਾਗ ਧੁੱਕਦਾ। 29 ਸਟੇਟਾਂ ਤੇ 7 ਯੂਟੀਆਂ, ਇੱਥੇ 9 ਬਣ ਗਈਆਂ। ਵੈਰੀ ਗੁੱਡ। ਮੈਂ ਹਾਂ 11 ਲਿਖਣ ਲੱਗ ਗਿਆ, ਮੈਂ ਤਾਂ ਹਿਸਾਬ ਸ਼ਰਮ ਨਹੀਂ ਕੰਮ, ਇਹ ਤਾਂ ਮੈਥਸ ਕੈਲਕੂਲੇਸ਼ਨ ਦੀ ਗੜਬੜ ਹੋ ਗਈ। ਫਿਰ ਸਰਕਾਰ ਨੇ 2020 ਚ ਕੀ ਕਰਤਾ ਬਾਈ, 2020 ਸਰਕਾਰ ਨੇ ਆਪਣੀਆਂ 2 ਯੂਟੀਆਂ ਦਮਨ ਦਿਊ ਤੇ ਦਾਦਰ ਨਗਰ ਹਵੇਲੀ ਉਹਨੂੰ ਜੋੜ ਕੇ ਇੱਕ ਕਰਤਾ। ਤਾਂ ਫਿਰ ਅੱਜ ਆਪਣੇ ਮੁਲਕ ਦੇ ਵਿੱਚ 28 ਸਟੇਟਾਂ ਨੇ ਤੇ ਬੱਚੋ 8 ਯੂਨੀਅਨ ਟੈਰੀਟਰੀਜ਼ ਨੇ। ਹੁਣ ਤਾਂ ਨਹੀਂ ਉਲਝਦੇ, ਇਹ ਗੱਲ ਆਪਾਂ ਯਾਦ ਰੱਖਣੀ ਹੈ। ਚਲੋ ਫਿਰ ਕਿ ਆਹ ਲਾਈਨ ਕਿਹਨੇ ਕਹੀ ਹੈ, ਇੰਡੀਆ ਇਜ਼ ਇਨਡਿਸਟਰਕਟੇਬਲ ਯੂਨੀਅਨ। ਇਹੋ ਜਿਹੀਆਂ ਸਟੇਟਮੈਂਟਾਂ ਨਾਲ ਸਵਾਲ ਬਣਨ ਦਾ ਬੜਾ ਚਾਂਸ ਹੁੰਦਾ, ਕਿਉਂਕਿ ਇਹ ਆਪਾਂ ਨੂੰ ਹਾਰਡਕੋਰ ਕਿਤਾਬਾਂ ਪੜ੍ਹਨੀਆਂ ਪੈਂਦੀਆਂ, ਇਹ ਲੈਣਾ ਉੱਥੋਂ ਚੱਕਣੀਆਂ ਪੈਂਦੀਆਂ, ਤਾਂ ਐਗਜ਼ਾਮੀਨਰ ਇਹੋ ਜਿਹੇ ਸਵਾਲ ਪਾਉਂਦਾ ਹੈ ਵੀ ਆਹ ਲੈਣ, ਇਹਦਾ ਲੈਣ ਦਾ ਮਤਲਬ ਕੀ ਹੈ ਵੀ ਇਨਡਿਸਟਰਕਟੇਬਲ ਯੂਨੀਅਨ। ਪਹਿਲਾਂ ਤਾਂ ਕਿਹਾ ਕਿ ਬੀ ਆਰ ਅੰਬੇਦਕਰ ਨੇ, ਆ ਕੰਮ ਹੀ ਨਹੀਂ ਵੇੜ ਦੋ। ਪਹਿਲਾਂ ਤਾਂ ਕਿਹਨੇ ਕਿਹਾ ਹੈ, ਬੀ ਆਰ ਅੰਬੇਦਕਰ ਨੇ। ਹੁਣ ਇਹਦਾ ਮਤਲਬ ਕੀ ਹੈ, ਆਪਣੇ ਸੰਵਿਧਾਨ ਦੇ ਆਰਟੀਕਲ ਨੰਬਰ 3 ਚ ਬੱਚੋ ਲਿਖਿਆ ਹੋਇਆ, ਕੀ ਲਿਖਿਆ ਹੋਇਆ ਵੀ ਆਪਣੇ ਮੁਲਕ ਦੀ ਪਾਰਲੀਮੈਂਟ ਕੋਲੇ, ਆਪਣੇ ਮੁਲਕ ਦੀ ਪਾਰਲੀਮੈਂਟ ਕੋਲੇ ਪੂਰੀ ਸਿਰੇ ਦੀ ਪਾਵਰ ਹੈ। ਆਪਣੇ ਮੁਲਕ ਦੀ ਪਾਰਲੀਮੈਂਟ ਕੋਲੇ ਪੂਰੀ ਸਿਰੇ ਦੀ ਪਾਵਰ ਹੈ। ਉਹ ਕਿਸੇ ਵੀ ਸਟੇਟ ਦਾ ਏਰੀਆ ਵਧਾ ਸਕਦੇ ਆ, ਘਟਾ ਸਕਦੇ ਆ, ਖਤਮ ਕਰ ਸਕਦੇ ਆ, ਕੁਝ ਵੀ ਕਰ ਸਕਦੇ ਆ। ਇਹਦਾ ਮਤਲਬ ਫਿਰ ਸਟੇਟਾਂ ਤਾਂ ਸੈਂਟਰ ਦੀ ਰਹਿਮ ਤੇ ਖੜੀਆਂ ਚੱਕ ਕੇ ਜਿੱਦੇ ਜੀ ਕਰਿਆ ਪਰਾਂ ਮਾਰਨਗੇ। ਇਹਦਾ ਮਤਲਬ ਕੀ ਹੈ ਵੀ ਜਿਹੜੀਆਂ ਆਪਣੀਆਂ ਸਟੇਟਾਂ ਨੇ ਇਹ ਡਿਸਟਰਕਟੇਬਲ ਹੈ, ਇਹ ਆਪਾਂ ਬੱਚੋ ਕਦੋਂ ਵੀ ਡਿਸਟਰੋਏ ਕਰ ਸਕਦੇ ਹਾਂ। ਤੇ ਜਿਹੜੀਆਂ ਆਪਣੀਆਂ ਸੈਂਟਰ ਹੈ, ਆਪਣੀ ਕੇਂਦਰ ਹੈ, ਯੂਨੀਅਨ ਹੈ, ਇਹ ਆਪਣੀ ਇਨਡਿਸਟਰਕਟੇਬਲ ਹੈ। ਇਹ ਆਰਟੀਕਲ ਨੰਬਰ 3 ਦੇ ਅਕੋਰਡਿੰਗ ਆਪਾਂ ਕਹਿ ਸਕਦੇ ਹਾਂ। ਬਟ ਸਵਾਲ ਕੀ ਪੁੱਛਿਆ, ਇਹ ਕਿਹਾ ਕਿਹਨੇ ਹੈ, ਤਾਂ ਆਪਾਂ ਟਿਕ ਲਾਵਾਂਗੇ ਬੀ ਆਰ ਅੰਬੇਦਕਰ। ਸਮਝ ਗਏ। ਆ ਬੀ ਐਨ ਰਾਓ ਕੌਣ ਹੈ, ਕੌਨਸਟੀਟਿਊਸ਼ਨਲ ਐਡਵਾਈਜ਼ਰ ਸੀ ਆਪਣੇ ਸੀਏ ਦਾ। ਨਹਿਰੂ ਤਾਂ ਆਪਾਂ ਕੱਲ ਵੀ ਪੜ੍ਹਿਆ। ਰਜਿੰਦਰ ਪ੍ਰਸਾਦ ਆਪਣੇ ਸੀਏ ਦਾ ਪੱਕਾ ਪ੍ਰਧਾਨ ਸੀ, ਆਪਣੇ ਸੀਏ ਦਾ ਪ੍ਰੈਜ਼ੀਡੈਂਟ ਸੀ। ਸੀਏ ਮਤਲਬ ਹੁੰਦਾ ਹੈ ਕੌਨਸਟੀਟਿਊਐਂਟ ਅਸੈਂਬਲੀ, ਜਿਹਨੇ ਆਪਣਾ ਸੰਵਿਧਾਨ ਲਿਖਿਆ। ਸਮਝ ਗਏ। ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਆ। ਚਲੋ ਆ ਦੇਖੋ, ਆ ਪੁਆਇੰਟ ਫੇਰ ਆ ਗਿਆ। ਹੁਣ ਪਾਰਲੀਮੈਂਟ ਨੂੰ ਆ ਚੀਜ਼ ਕਰਨ ਵਾਸਤੇ ਕਿੰਨੀ ਮੈਜੋਰਟੀ ਚਾਹੀਦੀ ਹੈ। ਮੈਂ ਤੁਹਾਨੂੰ ਕੀ ਕਿਹਾ, ਪਾਰਲੀਮੈਂਟ ਕਿਸੇ ਮਰਜ਼ੀ ਸਟੇਟ ਨੂੰ ਬਣਾਵੇ, ਖਤਮ ਕਰੇ ਜਾਂ ਘਟਾਵੇ, ਵਧਾਵੇ, ਕੁਝ ਵੀ ਕਰੇ, ਇਹ ਕਰਨ ਵਾਸਤੇ ਪਾਰਲੀਮੈਂਟ 'ਚ ਕਿੰਨੀ ਮੈਜੋਰਟੀ ਚਾਹੀਦੀ ਹੈ। ਆ ਸਵਾਲ ਆ ਗਿਆ। ਕਹਿੰਦੇ ਅ ਬਿੱਲ
ਫॉर द ਕ੍ਰੀਏਸ਼ਨ ਆਫ ਨਿਊ ਸਟੇਟ, ਕੋਈ ਨਵੀਂ ਸਟੇਟ ਬਣਾਉਣੀ ਆਪਾਂ ਇਨ ਇੰਡੀਆ ਦੇ ਵਿੱਚ, ਜਿਵੇਂ ਆਪਾਂ ਬਣਾਏ ਨਾ, ਜਿਵੇਂ ਆਪਾਂ ਆਂਧਰਾ ਪ੍ਰਦੇਸ਼ ਚ ਤੇਲੰਗਾਨਾ ਬਣਾਤਾ, ਮੱਧਿਆ ਪ੍ਰਦੇਸ਼ ਚ ਆਪਾਂ ਛੱਤੀਸਗੜ੍ਹ ਬਣਾਤਾ, ਝਾਰਖੰਡ ਬਣਾਤਾ, ਨਵੀਆਂ ਬਣਾਉਣੀਆਂ ਆਪਾਂ। ਕਹਿੰਦੇ ਇਹ ਪਾਸ ਕਰਨਾ ਹੈ ਪਾਰਲੀਮੈਂਟ ਨੇ, ਦੱਸੋ ਕਿੰਨੀ ਮੈਜੋਰਟੀ ਦੇ ਨਾਲ, 2/3। ਆਮ ਤੌਰ ਤੇ ਨਾ ਬੰਦਾ ਇਹ ਚ ਬੜਾ ਉਲਝਦਾ ਹੈ, ਬਟ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਆਰਟੀਕਲ ਨੰਬਰ 3 ਨੇ ਪਾਰਲੀਮੈਂਟ ਨੂੰ ਪੂਰੀ ਸਿਰੇ ਦੀ ਪਾਵਰ ਦੇਤੀ। ਇਹਦਾ ਮਤਲਬ ਸਰਕਾਰ ਦੀ ਮਰਜ਼ੀ ਹੈ, ਸਿੰਪਲ ਮੈਜੋਰਟੀ ਨਾਲ, ਕੋਈ ਮਜੂਲਟੀਆਂ ਸਿੰਪਲ ਮਤਲਬ ਹੁੰਦਾ 50% +1, ਤਾਂ ਓਬਵੀਅਸਲੀ ਸਰਕਾਰ ਹੈ ਉਹਦੇ ਕੋਲ ਫਿਰ ਇੰਨੀ ਮੈਜੋਰਟੀ ਤਾਂ ਹੋਊਗੀ, ਵੱਡੀ ਗੱਲ ਹੈ। ਅਸੀਂ ਉਹ ਸਟੈਪ ਚੱਕੀ ਤੁਰੀ ਜਾਂਦੀ ਹੈ, ਮਰਜ਼ੀ ਹੈ, ਅਗਲਾ ਫੱਟਾ ਚੱਕੂਗਾ, ਸਰਕਾਰ 'ਚ ਬੈਠਾ ਬਸ। ਕਹਿੰਦੇ JVP ਕਮੇਟੀ ਬਣੀ ਸੀ ਆਪਣੇ 1948 ਦੇ ਵਿੱਚ, ਕਿਉਂਕਿ ਜਦੋਂ ਆਪਣਾ ਮੁਲਕ ਬੱਚੋ ਆਜ਼ਾਦ ਹੋਇਆ ਨਾ, ਆਜ਼ਾਦੀ ਤੋਂ ਬਾਅਦ ਆਪਣੇ ਦੇਸ਼ 'ਚ ਮੰਗਾਂ ਉੱਠਣ ਲੱਗ ਗਈਆਂ ਵੀ ਸਾਨੂੰ ਦੁਬਾਰੇ ਵੰਡੋਆੜੀ, ਇਹ ਤਾਂ ਘਸਮਾਨ ਪੈ ਗਿਆ, ਨਾ ਸਾਨੂੰ ਇਹਦੀ ਭਾਸ਼ਾ ਸਮਝ ਆ ਰਹੀ ਹੈ, ਨਾ ਇਹਨੂੰ ਸਮਝ ਆ ਰਹੀ ਹੈ, ਨਾ ਇਹਦੇ ਨਾਲ ਕਲਚਰ ਮਿਲਦਾ, ਨਾ ਸੱਭਿਆਚਾਰ, ਕੁਛ ਵੀ ਨਹੀਂ ਹੋ ਰਿਹਾ ਬਈ, ਸਾਡੀ ਤਾਂ ਅੱਡ ਸਟੇਟ ਬਣਾਈ ਜਾਵੇ। ਉਹਨੂੰ ਲੈ ਕੇ ਆਜ਼ਾਦੀ ਤੋਂ ਬਾਅਦ ਆਪਣੇ ਦੇਸ਼ 'ਚ ਕਮੇਟੀਆਂ ਬੈਠਣ ਲੱਗ ਗਈਆਂ। ਉਹ 'ਚੋਂ ਇੱਕ ਕਮੇਟੀ ਜਿਹੜੀ JVP, ਇਹ JVP ਬੰਦਿਆਂ ਦਾ ਨਾਮ ਹੈ, J ਤੇ ਕੀ ਹੈ ਜਵਾਹਰ ਲਾਲ ਨਹਿਰੂ, V ਤੇ ਕੀ ਹੈ ਸਰਦਾਰ ਵੱਲਭ ਭਾਈ ਪਟੇਲ, ਤੇ P ਤੇ ਕੀ ਹੈ ਆਪਾਂ ਕੱਲ ਹੀ ਪੜਿਆ ਪ੍ਰਤਾਪੀ ਸੀਤਾਰਮਈਆ, ਸਮਝ ਗਏ। ਇਹ ਕਮੇਟੀ ਬਿਠਾਈ ਸੀ, ਸੁਣਿਆ ਸੀ ਆ ਦੇਖੋ, ਫਾਰਮੇਸ਼ਨ ਆਫ ਨਿਊ ਸਟੇਟ ਔਨ ਲਿੰਗੁਇਸਟਿਕ ਬੇਸਿਸ, ਪਰ ਇਹਨਾਂ ਨੇ ਮਨਾ ਕਰਤਾ ਸੀਗਾ। ਉਦੋਂ ਬਾਅਦ ਫਿਰ ਦੰਗਿਆਂ ਵਾਲਾ ਮਾਹੌਲ ਬਣ ਗਿਆ, ਲੀਡਰ ਅੱਗਾਂ ਲਾ ਕੇ ਮਰਨ ਲੱਗ ਗਏ, ਬੁਰੇ ਹਾਲ। ਫਿਰ ਉਹ ਗਾਹਾਂ ਜਾ ਕੇ ਫਿਰ 53 ਦੇ ਵਿੱਚ ਆਪਣੇ ਦੇਸ਼ 'ਚ ਫਿਰ ਪਹਿਲੀ ਵਾਰ ਆਂਧਰਾ ਸਟੇਟ ਬਣਾਈ ਗਈ ਸੀ, ਕਿਉਂਕਿ ਸਾਊਥ ਇੰਡੀਆ 'ਚ ਤਾਂ ਨਜਾਇਜ਼ ਹੀ ਹੱਲਾ ਗੁੱਲਾ ਸੀ। ਇੱਕ ਆਪਣਾ ਮਹਾਨ ਬੰਦਾ ਸੀ ਪੌਟੀ ਸ੍ਰੀ ਰਾਮਾ ਮੁੱਲੂ, ਉਹ ਵੀ ਵਿਚਾਰਾ ਮਰਨ ਵਰਤੇ ਬੈਠਾ ਰਿਹਾ, ਉਹਦੀ ਮੌਤ ਹੋ ਗਈ ਸੀ। ਫਿਰ ਇਹ ਸਾਰਾ ਕੁਛ ਹੈ, ਕਮੇਟੀਆਂ ਯਾਦ ਰੱਖਿਓ, ਇਹ ਪੇਪਰ ਦਾ ਬੈਸਟ ਪੁਆਇੰਟ ਬਣਦਾ ਹੈ, ਠੀਕ ਹੈ। ਚਲੋ, ਕਹਿੰਦੇ ਇਹਦੇ ਵਿੱਚੋਂ ਕੀ ਸੁਪਰਮੇਸੀ, ਕਿਆ ਬਾਤ ਹੈ। ਕਹਿੰਦੇ ਪਾਰਲੀਮੈਂਟ ਦੀ ਸੁਪਰਮੇਸੀ ਨੂੰ, ਹੁਣ ਪਾਰਲੀਮੈਂਟ ਇਹਦਾ ਮਤਲਬ ਕੀ ਹੈ, ਸਵਾਲ ਦਾ ਮਤਲਬ ਕੀ ਹੈ ਵੀ ਪਾਰਲੀਮੈਂਟ ਪੂਰੀ ਸਿਰੇ ਦੀ ਪਾਵਰ ਨਾ ਅਕਵਾਇਰ ਕਰ ਜੇ, ਕਿਤੇ ਦੇਸ਼ ਸੂਬਿਆਂ ਦਾ ਉਹ ਨਾਸ ਮਾਰਦੇ, ਖਤਮ ਹੀ ਕਰਦੇ ਜਮਾ ਕਹਾਣੀ। ਉਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਕਹਿੰਦੇ ਦੱਸੋ ਫਿਰ ਆਪਣੇ ਦੇਸ਼ 'ਚ ਕੀ ਹੈ। ਆਪਣਾ ਪਹਿਲੀ ਗੱਲ ਸੰਵਿਧਾਨ ਬੱਚੋ ਕੀ ਹੈ, ਰਿਟਨ ਹੈ, ਆਪਣਾ ਸਾਰਾ ਕੁਝ ਲਿਖਤੀ ਹੈ। ਹੁਣ ਕੱਲ ਨੂੰ ਪਾਰਲੀਮੈਂਟ ਆਏ ਨਹੀਂ ਵੀ ਕੋਈ ਮਰਜ਼ੀ ਅਮੈਂਡਮੈਂਟ ਕਿਹੜੀ ਮਰਜ਼ੀ ਸੋਧ ਲਿਆਵੇ, ਵਿੱਚ ਇਹੋ ਜਿਹੀਆਂ ਅਮੈਂਡਮੈਂਟਾਂ ਹੁੰਦੀਆਂ, ਆਪਾਂ ਅੱਗੇ ਪੜਾਂਗੇ, ਜਿਹਨੂੰ ਆਪਣੀ ਸਟੇਟਾਂ ਦੀ ਮਨਜ਼ੂਰੀ ਲੈਣੀ ਵੀ ਜ਼ਰੂਰੀ ਹੈ, ਸਮਝ ਮੇਰੀ ਗੱਲ। ਕਿਉਂਕਿ ਜੇ ਕਿਤੇ ਆਪਣਾ ਸੰਵਿਧਾਨ ਨਾ ਲਿਖਿਆ ਹੁੰਦਾ ਫਿਰ ਤਾਂ ਪਾਰਲੀਮੈਂਟ ਫੱਟੇ ਚੱਕਦੇ, ਫਿਰ ਤਾਂ ਪਾਰਲੀਮੈਂਟ ਦਿਖਾ ਕਿੱਥੇ ਲਿਖਿਆ, ਉਹ ਤਾਂ ਹੁਣ ਕਹਿੰਦੇ ਨੇ ਗਵਾਂਢੀਆਂ ਨੂੰ ਦਿਖਾ ਕਿੱਥੇ ਲਿਖਿਆ ਵੀ ਜਿਹੜੀ ਲਿਖਤੀ ਵਾਲੀ ਚੀਜ਼ ਹੁੰਦੀ ਹੈ ਉਹ 'ਚ ਹੱਥ ਬੰਨੇ ਜਾਂਦੇ ਹੈ। ਇਹਦਾ ਮਤਲਬ ਵਾਕਈ ਰਿਟਨ ਨੇਚਰ ਹੈ, ਇਹ ਰੈਸਟ੍ਰਿਕਟ ਕਰ ਰਿਹਾ ਹੈ, ਇਹ ਪਾਰਲੀਮੈਂਟ ਦੀ ਸੁਪਰਮੇਸੀ ਨੂੰ ਰੈਸਟ੍ਰਿਕਟ ਕਰ ਰਿਹਾ ਹੈ। ਫੈਡਰਲ ਵੈਰੀ ਗੁੱਡ ਹੈ, ਫੈਡਰਲ ਦਾ ਮਤਲਬ ਕੀ ਹੁੰਦਾ ਸਭ ਨੂੰ ਪਤਾ ਹੀ ਹੈ, ਇਹ 'ਚ ਪਾਵਰਾਂ ਦੀ ਵੰਡ ਹੁੰਦੀ ਹੈ, ਸੈਂਟਰ ਕੋਲੇ ਆਪਦੀ ਪਾਵਰ ਹੈ, ਸਟੇਟਾਂ ਕੋਲੇ ਆਪਦੀ ਪਾਵਰ ਹੈ, ਕਿਆ ਬਾਤ ਹੈ। ਇੱਕ ਹੁੰਦਾ ਯੂਨਿਟਰੀ, ਜਦੋਂ ਸਾਰੀ ਪਾਵਰ ਕਿਹਦੇ ਕੋਲ ਹੋਵੇ, ਸੈਂਟਰ ਕੋਲੇ ਹੋਵੇ, ਸਮਝ ਗਏ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ, ਵੈਰੀ ਗੁੱਡ। ਇਹ ਵੀ ਜੁਡੀਸ਼ੀਅਲ ਰਿਵਿਊ, ਵੈਰੀ ਗੁੱਡ ਕਨਸੈਪਟ, ਅੱਗੇ ਪੜਾਂਗੇ ਆਪਾਂ ਜਦੋਂ ਫੰਡਾਮੈਂਟਲ ਰਾਈਟ ਦੀ ਗੱਲ ਕਰਾਂਗੇ। ਇਹਦੇ 'ਚ ਕੀ ਹੁੰਦਾ ਪੜ੍ਹਾਂ ਦੀ ਵੀ ਕੋਈ ਵੀ ਪਾਰਲੀਮੈਂਟ ਇਹੋ ਜਿਹਾ ਲਾਅ ਨਹੀਂ ਬਣਾ ਸਕਦੀ ਵੀ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਜੇ। ਜੁਡੀਸ਼ਰੀ ਬੈਠੀ ਹੈ, ਜੁਡੀਸ਼ਰੀ ਪਾਰਲੀਮੈਂਟ ਵੱਲੋਂ ਬਣਾਇਆ ਹੋਇਆ ਕਿਸੇ ਵੀ ਲਾਅ ਦਾ ਰਿਵਿਊ ਕਰ ਸਕਦੀ ਹੈ ਵੀ ਤੁਸੀਂ ਆਹ ਕਿਹੋ ਜਿਹਾ ਪਾਸ ਕਰੀ ਜਾਂਦੇ ਹੋ, ਚਾਹ ਕੇ ਬੰਦ ਕਰੋ ਇਹਨੂੰ। ਫੰਡਾਮੈਂਟਲ ਰਾਈਟ, ਕਿਆ ਬਾਤ ਹੈ, ਇਹ ਵੀ ਸਰਕਾਰ ਦੇ ਹੱਥ ਬਣਦੀ ਹੈ ਵੀ ਤੁਸੀਂ ਕੱਲ ਨੂੰ ਇਹੋ ਜਿਹੀ ਚੀਜ਼ ਨਹੀਂ ਕਰ ਸਕਦੇ ਵੀ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰ ਦੋ। ਸੋ ਇਹ ਚਾਰੇ ਹੀ ਟੌਪ ਕਲਾਸ ਪਾਬੰਦੀਆਂ ਨੇ, ਰੈਸਟ੍ਰਿਕਸ਼ਨਾਂ ਨੇ, ਜਿਹਦੇ ਕਰਕੇ ਪਾਰਲੀਮੈਂਟ ਆਪਣੀ ਸੁਪਰੀਮੇਸੀ ਨਹੀਂ ਹੈਗੀ। ਤਾਂ ਆਂਸਰ ਫਿਰ ਸਾਰੇ ਬਣ ਗਿਆ 1 2 3 ਐਂਡ 4। ਸਮਝ ਰਹੇ ਹੋ, ਨੋਟ ਕਰਨਾ ਨਾ ਭੁੱਲਿਓ, ਸਮਝਣਾ ਬਾਅਦ ਦੀ ਗੱਲ ਹੈ, ਨੋਟ ਕਰੋਗੇ, ਲਿਖਤ ਆਪਦੇ ਹੱਥੀਂ ਕੀਤੀ ਹੋਈ ਮਿਹਨਤ ਤੁਹਾਡੇ ਪੇਪਰ 'ਚ ਕੰਮ ਆਉਣੀ ਹੈ, ਬਸ ਇੰਨੀ ਗੱਲ ਯਾਦ ਰੱਖਿਓ, ਸਮਝ ਗਏ। ਕਹਿੰਦੇ ਇਨ ਦਾ ਕਨਸਟੀਟਿਊਸ਼ਨ ਆਫ ਇੰਡੀਆ ਫੈਡਰਲ ਵਰਡ, ਇਹ ਤਾਂ ਬੱਚੋ ਆਪਾਂ ਦੇਖ ਹੀ ਲਿਆ ਯਾਰ, ਫੈਡਰਲ ਵਰਡ ਕਿੱਥੇ ਲਿਖਿਆ, ਕਿ ਤੂੰ ਨਾ ਭੜਕਾ ਦਿਓ, ਪ੍ਰੀਐਂਬਲ 'ਚ ਹੈ, ਪਾਰਟ 3 'ਚ ਹੈ, ਕਿਤੇ ਨਹੀਂ ਲਿਖਿਆ। यूनियन ऑफ स्टेट लिखा बच्चों, यूनियन ऑफ स्टेट, फैडरल वर्ड किते भी नहीं लिखा, समझ गए। ये चीज आपां याद रखनी है। चलो भी अगला पॉइंट, कहते इन विच ईयर उत्तरांचल वॉज रीनेम्ड एज उत्तराखंड, कहते उत्तरांचल नूं आपां किहड़े साल उत्तराखंड बनाया। अपने मुल्क दे विच स्टेटां दे नाम बड़े चेंज होए है। मान लो पहला सवाल पेपर च रब करे ही आ गया भी अपने देश च पहली किहड़ी स्टेट है जिहदा नाम चेंज होया है, तो आपां टिक लावांगे यूपी।
ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚੋ, यूपी ਪਹਿਲਾਂ ਪਤਾ ਕੀ ਹੁੰਦਾ ਸੀ, ਯੂਨਾਈਟਿਡ ਪ੍ਰੋਵਿੰਸ। ਕਿੱਡਾ ਘੈਂਟ ਨਾਂ ਸੀਗਾ। ਆਪਣੇ ਵਾਲਿਆਂ ਨੇ ਉੱਤਰ ਪ੍ਰਦੇਸ਼ ਰੱਖਤਾ। ਯੂਨਾਈਟਿਡ ਪ੍ਰੋਵਿੰਸ 1950 ਦੇ ਵਿੱਚ ਉੱਤਰ ਪ੍ਰਦੇਸ਼ ਬਣ ਗਿਆ। ਫਿਰ ਆਪਣਾ ਬੱਚਿਓ ਆਉਂਦਾ ਹੈ ਟ੍ਰੈਵਨਕੋਰ ਕੋਚਿਨ। ਟ੍ਰੈਵਨਕੋਰ ਕੋਚਿਨ, ਤੇ ਟ੍ਰੈਵਨਕੋਰ ਕੋਚਿਨ ਕੀ ਬਣ ਗਿਆ? ਟ੍ਰੈਵਨਕੋਰ ਕੋਚਿਨ ਬਣ ਗਿਆ 56 ਦੇ ਵਿੱਚ ਕੇਰਲਾ। ਆਈ ਗਾਹਾਂ ਨਾਂ ਬਦਲੀ ਗਏ। ਮੈਸੂਰ ਬਣ ਗਿਆ ਕਰਨਾਟਕਾ, ਮਦਰਾਸ ਬਣ ਗਿਆ ਤਾਮਿਲਨਾਡੂ। ਤੁਹਾਨੂੰ ਅੱਗੇ ਪੜਾਉਂ, ਇੱਕ ਨਾਂ ਬੜਾ ਖਤਰਨਾਕ ਹੈ, ਲੱਕਦੀਪ, ਮਨਦੀਵੀ ਤੇ ਮਿੰਨੀਕੋਆਈ, ਉਹ ਬਣ ਗਿਆ ਲਕਸ਼ਦੀਪ। ਜਿਵੇਂ ਅੱਜ ਆਪਣੀ ਦਿੱਲੀ ਹੈ, ਦਿੱਲੀ ਨੂੰ ਆਪਾਂ ਕਹਿੰਦੇ ਆ NCR। ਇਹ ਸਾਰੇ ਨਾਮ ਚੇਂਜ ਹੁੰਦੇ ਆ ਆਫੀਸ਼ੀਅਲੀ। ਜਿਵੇਂ ਉੜੀਸਾ ਬਣ ਗਿਆ ਉੜੀਸਾ, ਆਈ ਉੱਤਰਾਂਚਲ ਬਣ ਗਿਆ ਉੱਤਰਾਖੰਡ। ਕਿਹੜੇ ਸਾਲ ਬੱਚੋ? 4, 5, 6 ਤੇ 7 ਦੇ ਵਿੱਚ ਜਿਹੜਾ ਉੜੀਸਾ ਹੈ ਉਹ ਬਣ ਗਿਆ ਉੜੀਸਾ 2011 ਦੇ ਵਿੱਚ। ਸਮਝ ਗਏ? ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਹੈ। ਲਓ ਵੀ, ਮੈਂ ਤੁਹਾਨੂੰ ਕੀ ਕਿਹਾ ਵੀ ਆਪਣੇ ਮੁਲਕ ਦੇ ਵਿੱਚ ਆਜ਼ਾਦੀ ਤੋਂ ਬਾਅਦ ਮੰਗ ਉੱਠਣ ਲੱਗ ਗਈ ਕਿ ਸਾਨੂੰ ਦੁਬਾਰੇ ਵੰਡਵਾੜੀ। ਬੜਾ ਘਚੋਲਾ ਪਿਆ, ਸਮਝ ਨਹੀਂ ਕੁਛ ਆ ਰਿਹਾ ਵੀ ਕੌਣ ਕੀ ਬੋਲ ਰਿਹਾ ਹੈ। ਈਵਨ ਸਾਡੇ ਸਾਹਮਣੇ CM ਦੀ ਭਾਸ਼ਾ ਸਮਝ ਨਹੀਂ ਆ ਰਹੀ, CM ਕੁਛ ਹੋਰ ਬੋਲੀ ਜਾਂਦਾ, ਪੂਰੇ ਲੋਕ ਹੋਰ ਬੈਠੇ ਹੈ। ਉਹ ਮੁਲਕ ਕਿਵੇਂ ਚੱਲ ਪਊਗਾ? ਫਿਰ ਆਪਾਂ ਦੇਖਿਆ JVP ਕਮੇਟੀ ਬਣ ਗਈ, ਰੌਲਾ ਰੌਲਾ ਬਾਹਲਾ ਪੈਣ ਲੱਗ ਗਿਆ। ਫਿਰ ਉਸ ਤੋਂ ਬਾਅਦ ਇੱਕ ਆਪਾਂ ਪੱਕਾ ਕਮਿਸ਼ਨ ਬਿਠਾਤਾ। ਆਪਾਂ 1953 ਦੇ ਵਿੱਚ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਬਿਠਾਤਾ। ਇਸ ਕਮਿਸ਼ਨ ਨੂੰ ਪਹਿਲਾਂ ਤਾਂ ਯਾਦ ਰੱਖਿਓ ਬੱਚੋ, ਆਪਾਂ ਫੈਜ਼ਲ ਅਲੀ ਕਮਿਸ਼ਨ ਵੀ ਕਹਿ ਦਿੰਦੇ ਹਾਂ। ਫੈਜ਼ਲ ਅਲੀ ਕਮਿਸ਼ਨ, ਸਮਝ ਗਏ ਹੋਣਗੇ ਕਿਉਂ? ਕਿਉਂਕਿ ਇਹ ਇਸ ਕਮਿਸ਼ਨ ਦਾ ਹੈਡ ਸੀਗਾ। ਇਸ ਕਮਿਸ਼ਨ ਦੇ ਵਿੱਚ ਨਾਲ 2 ਮੈਂਬਰ ਹੋਰ ਵੀ ਹੈ। ਇੱਕ ਦਾ ਨਾਮ ਸੀਗਾ HN ਕੁੰਜਰੂ, ਤੇ ਬੱਚੋ ਦੂਜੇ ਦਾ ਨਾਮ ਹੈ KM ਪਾਨੀਕਰ। HN ਕੁੰਜਰੂ ਤੇ KM ਪਾਨੀਕਰ। ਤੇ ਕੁੱਲ ਮਿਲਾ ਕੇ ਯਾਦ ਰੱਖਿਓ, HN ਕੁੰਜਰੂ ਤੇ KM ਪਾਨੀਕਰ ਤੇ ਫੈਜ਼ਲ ਅਲੀ, ਇਹਨਾਂ ਤਿੰਨਾਂ ਨੇ ਆਪਣਾ ਦੇਸ਼ ਬਣਾਉਣ ਤੇ 3 ਸਾਲ ਲਾਤੇ। ਤੇ 56 ਦੇ ਵਿੱਚ ਸਟੇਟ ਰੀਆਰਗੇਨਾਈਜੇਸ਼ਨ ਐਕਟ ਪਾਸ ਕਰਤਾ, ਜਿਸ ਤੋਂ ਬਾਅਦ ਮਤਲਬ ਆਜ਼ਾਦੀ ਦੇ 9 ਸਾਲਾਂ ਬਾਅਦ ਫਿਰ ਆਪਣੇ ਮੁਲਕ 'ਚ ਬੱਚਿਓ 14 ਸਟੇਟਾਂ ਤੇ 6 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਗਈਆਂ। ਤੇ ਜਿਹੜੀਆਂ ਇਹ ਆਪਣੇ ਮੁਲਕ ਦੀਆਂ ਪਹਿਲੀਆਂ 6 ਯੂਟੀਆਂ ਨਾ, ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਕਿਉਂਕਿ ਆਪਾਂ ਸੋਚਿਆ ਨਹੀਂ ਹੁੰਦਾ ਵੀ ਹੈ ਇਹ ਸੀਗੀਆਂ। ਜਿਵੇਂ ਹਿਮਾਚਲ ਪ੍ਰਦੇਸ਼, ਮਣੀਪੁਰ, ਕਿਉਂਕਿ ਅੱਜ ਕੀ ਹੈ ਇਹ ਸਟੇਟਾਂ, ਤਾਂ ਹੀ ਤਾਂ ਪੇਪਰ ਵਾਲਾ ਜਾਊਗਾ। ਹਿਮਾਚਲ ਪ੍ਰਦੇਸ਼ ਹੈ, ਮਣੀਪੁਰ ਹੈ, ਤ੍ਰਿਪੁਰਾ ਹੈ, ਦਿੱਲੀ ਹੈ, ਅੰਡੇਮਾਨ ਨਿਕੋਬਾਰ ਹੈ। ਬਸ ਆਹ 2 ਹੈ ਜਿਹੜੇ ਆਪਾਂ ਨੋਰਮਲ ਬੱਚਾ ਟਿਕ ਲਾ ਸਕਦਾ ਹੈ। ਪੇਪਰ ਵਾਲਾ ਇਹ ਪਾਉਂਦਾ ਨਹੀਂ, ਉਹ ਬਾਕੀ 4 ਆਪਸ਼ਨ ਦੇਊਗਾ, ਕਿਉਂਕਿ 6ਵਾਂ ਬੜਾ ਛੋਟਾ ਨਾਮ ਹੈ। ਲੱਕਦੀਪ, ਕੌਮਾ, ਅਮਨਦੀਵੀ, ਲੱਕਦੀਪ, ਅਮਨਦੀਵੀ ਐਂਡ ਮਿੰਨੀਕੋਆਈ ਆਈਲੈਂਡ। ਅਸਲ ਦੱਸ ਰਿਹਾ ਨਾ ਆਪਾਂ ਸਾਰਿਆਂ ਨੂੰ, ਚਲੋ ਦੱਸ ਰਿਹਾ, ਵੈਰੀ ਗੁੱਡ। ਚਲੋ ਇਹ ਇਸੇ ਦਾ ਨਾਮ ਬੱਚਿਓ ਆਪਾਂ 1973 ਦੇ ਵਿੱਚ ਲਕਸ਼ਦੀਪ ਕਰਤਾ ਸੀ। ਹੁਣ ਤੁਸੀਂ ਆਪ ਦੇਖੋ ਐਡਾ ਵੱਡਾ ਨਾਂ ਹੁੰਦਾ ਯਾਰ, ਲੱਕਦੀਪ, ਅਮਨਦੀਪ, ਮਿੰਨੀਕੋਆਈ ਆਈਲੈਂਡ, ਉਹ ਡੱਬਾਂ ਮੁੱਕ ਜਾਂਦੀਆਂ ਹੋਣਗੀਆਂ। ਕੀ ਬੰਦਾ ਕਿਸੇ ਨੂੰ ਆਪਦੀ ਇੰਟਰੋਡਕਸ਼ਨ ਦੇ ਲੂ ਯਾਰ, ਕਮਾਲ ਦੀ ਗੱਲ ਹੈ। ਆਹ ਆਪਣਾ ਮੁਲਕ ਹੁੰਦਾ। ਉਸ ਤੋਂ ਬਾਅਦ ਫਿਰ ਆਪਣੀਆਂ ਸਟੇਟਾਂ ਬਣਨ ਲੱਗ ਜਾਂਦੀਆਂ, ਮਹਾਰਾਸ਼ਟਰ, ਗੁਜਰਾਤ 60, ਦਾਦਰ ਨਗਰ ਹਵੇਲੀ 61। ਬਸ 1956 ਤੱਕ 14 ਸਟੇਟਾਂ ਤੇ 6 ਯੂਟੀਆਂ ਹੁੰਦੀਆਂ। ਇਹ ਗੱਲ ਆਪਾਂ ਯਾਦ ਰੱਖਣੀ ਹੈ। ਪੰਜਾਬ 1956 ਦੇ ਵਿੱਚ ਹੀ ਸੀਗਾ। ਪੰਜਾਬ ਉਸ ਤੋਂ ਬਾਅਦ ਹੋਰ ਸੁੰਗੜਦਾ ਗਿਆ, ਉਹ ਆਪਾਂ ਅੱਗੇ ਦੇਖਾਂਗੇ। ਚਲੋ ਫਿਰ ਕਹਿੰਦੇ ਆ ਦੇਖ, ਪੰਜਾਬ ਨੂੰ ਕਹਿੰਦੇ ਕਿਹਨੇ ਸੁੰਗੜਾਇਆ? ਅਗਲਾ ਸਵਾਲ ਇਹੀ, ਇਸ ਨੂੰ ਪਤਾ ਹੀ ਹੈ। ਪੰਜਾਬ 1966 ਦੇ ਵਿੱਚ ਬਹੁਤ ਲਾਰਜ ਸਕੇਲ ਤੇ ਜਰਾ ਸੁੰਗੜ ਗਿਆ। ਹਿਮਾਚਲ ਪ੍ਰਦੇਸ਼ ਕੀ ਸੀ? ਯੂਟੀ ਸੀ। ਉੱਥੇ ਆਪਾਂ ਹਿਮਾਚਲ ਨੂੰ ਆਪਦੇ ਪੰਜਾਬ ਦਾ ਪਹਾੜੀ ਏਰੀਆ ਦੇਤਾ, ਆਪਾਂ ਹਰਿਆਣਾ ਬਣਾਤਾ, ਆਪਾਂ ਚੰਡੀਗੜ੍ਹ ਬਣਾਤਾ। ਇਹ ਸਾਰਾ ਕੁਝ ਕਿਹਨੇ ਕੀਤਾ ਹੈ? ਜਮਾ ਸਿੰਪਲ ਪੁਆਇੰਟ ਹੈ, ਸ਼ਾਹ ਕਮਿਸ਼ਨ। ਹੁਣ ਤੁਹਾਨੂੰ ਸਾਰੇ ਕਮਿਸ਼ਨ ਪਤਾ ਹੋਣੇ ਚਾਹੀਦੇ ਹੈ। ਸ਼ਾਹ ਕਮਿਸ਼ਨ 66 ਵਾਲਾ ਹੈ, ਫੈਜ਼ਲ ਅਲੀ ਕਮਿਸ਼ਨ 1953 ਵਾਲਾ ਹੈ, JVP ਕਮੇਟੀ 1948 ਵਾਲੀ ਹੈ। ਇੱਕ ਮੈਂ ਲੱਗਦਾ ਹੱਥ ਹੋਰ ਵੀ ਲਿਖੀ ਦਿੰਦਾ, SK ਧਾਰ ਕਮਿਸ਼ਨ, ਇਹ ਬੈਠਾ ਆਪਣਾ ਜੂਨ 1948 ਦੇ ਵਿੱਚ। ਹੁਣ 4 ਕਮਿਸ਼ਨ ਆਪਣੇ ਜਿਹੜੇ ਆਜ਼ਾਦੀ ਤੋਂ ਬਾਅਦ ਵਾਲੇ ਹੈ ਆਪਣੇ ਕਲੀਅਰ ਹੋ ਗਏ। ਸਮਝੇ ਮੇਰੀ ਗੱਲ? ਵੈਰੀ ਗੁੱਡ। ਚਲੋ
ਕਹਿੰਦੇ ਇਹਦੇ ਵਿੱਚੋਂ ਗਲਤ ਸਟੇਟਮੈਂਟ ਕਿਹੜੀ ਹੈ? ਕਹਿੰਦੇ ਇੰਡੀਆ ਕਰੰਟਲੀ ਡਸ ਨਾਟ ਹੈਵ, ਕਹਿੰਦੇ ਇੰਡੀਆ ਕੋਲੇ ਕੋਈ ਵੀ ਅਕਵਾਇਰਡ ਜਿੱਤੇ ਆਪਾਂ ਬਾਅਦ ਚ ਕਬਜ਼ਾ ਕੀਤਾ ਹੋਵੇ, ਕਿਉਂ ਨਹੀਂ ਹੈਗੀਆਂ ਬਈ? ਕਿਉਂਕਿ ਆਜ਼ਾਦੀ ਤੋਂ ਬਾਅਦ ਗੋਆ, ਦਾਦਰ ਨਗਰ ਹਵੇਲੀ, ਦਮਨ ਐਂਡ ਦਿਊ, ਪੁਡੂਚੇਰੀ, ਕਰਾਏਕਾਲ, ਮਾਹੀ, ਇਹ ਸਾਰੇ ਆਪਣੇ ਪੁਰਤਗਾਲ ਤੇ ਫਰਾਂਸ ਦੇ ਅੰਡਰ ਸੀ। ਇਹ ਆਪਾਂ ਬਾਅਦ ਵਿੱਚ ਛੜਾਏ ਹੈ, ਜਿੱਥੇ ਫਿਰ ਆਪਣੀਆਂ ਅਕਵਾਇਰ ਸਟੇਟਾਂ ਹੋ ਗਈਆਂ। ਇਹਦਾ ਸਹੀ ਸਟੇਟਮੈਂਟ ਹੈ। ਕਹਿੰਦੇ ਯੂਟੀ ਇਜ਼ ਦਾ ਏਰੀਆ ਜਿਹੜੀ ਡਾਇਰੈਕਟਲੀ ਸੈਂਟਰ ਗਵਰਨਮੈਂਟ ਦੇ, ਜਮਾ ਸਹੀ ਹੈ, ਪੜਾਂਗੇ ਆਪਾਂ ਅੱਗੇ ਜਾ ਕੇ। ਅੱਜ ਆਪਾਂ ਦਿੱਲੀ ਨੂੰ ਕੀ ਬੋਲਦੇ ਆ? NCR। ਕਦੋਂ ਦੇ ਬੋਲਦੇ ਆ? 92 ਤੋਂ। ਇਹ ਅਮੈਂਡਮੈਂਟ ਆਈ ਸੀ 69th ਅਮੈਂਡਮੈਂਟ 1991, 69th ਅਮੈਂਡਮੈਂਟ 1991। ਫਿਰ ਬਸ ਬਚ ਗਈ ਪਿੱਛੇ ਇੱਕ, ਇਹੀ ਗਲਤ ਹੈ ਕਿ ਆਪਾਂ ਨੂੰ ਗਲਤ ਪੁੱਛਿਆ, ਇਹੀ ਆਪਣਾ ਆਨਸਰ ਹੈ। ਸੋ ਈਜੀ, ਬੁੱਝ ਗਏ ਹੋਵਾਂਗੇ ਆਪਾਂ। ਕਹਿੰਦੇ ਅੰਡੇਮਾਨ ਤੇ ਨਿਕੋਬਾਰ, ਕਿਉਂਕਿ ਅੰਡੇਮਾਨ ਨਿਕੋਬਾਰ ਦੀ ਬੱਚੋ ਆਪਦੀ ਹਾਈ ਕੋਰਟ ਨਹੀਂ ਹੈਗੀ, ਫਿਰ ਉਹਦੇ ਕੇਸ ਕਿਹੜੀ ਕੋਰਟ ਦੇ ਅੰਡਰ ਜਾਂਦੇ ਹੈ? ਮਦਰਾਸ ਦੇ ਅੰਡਰ ਨਹੀਂ ਜਾਂਦੇ, ਕਲਕੱਤਾ ਹਾਈ ਕੋਰਟ ਦੇ ਅੰਡਰ ਜਾਂਦੇ ਹੈ। ਕਿਹਦੇ ਅੰਡਰ ਜਾਂਦੇ ਆ ਬੱਚੋ? ਕਲਕੱਤਾ ਹਾਈ ਕੋਰਟ, ਕੋਲਕਾਤਾ ਹਾਈ ਕੋਰਟ। ਸਮਝ ਗਏ? ਇਹ ਚੀਜ਼ ਆਪਾਂ ਯਾਦ। ਹਾਂ, ਹੋਰ ਤੁਹਾਨੂੰ ਦੱਸ ਦਿੰਦਾ, ਜਿਵੇਂ ਲਕਸ਼ਦੀਪ ਹੈ, ਲਕਸ਼ਦੀਪ ਦੀ ਵੀ ਆਪਦੀ ਹਾਈ ਕੋਰਟ ਹੈ ਨਹੀਂ, ਉਹਨਾਂ ਦੇ ਕੇਸ ਕਿਹਦੇ ਅੰਡਰ ਜਾਂਦੇ ਹੈ? ਤਾਂ ਆਪਾਂ ਟਿਕ ਲਾਵਾਂਗੇ ਕੇਰਲਾ ਹਾਈ ਕੋਰਟ ਦੇ ਅੰਡਰ। ਪੁਡੂਚੇਰੀ ਦੀ ਵੀ ਆਪਦੀ ਹੈ ਨਹੀਂ, ਪੁਡੂਚੇਰੀ ਦੇ ਕੇਸ ਕਿਹਦੇ ਅੰਡਰ ਜਾਂਦੇ ਹੈ? ਤਾਂ ਆਪਾਂ ਟਿਕ ਲਾਵਾਂਗੇ ਮਦਰਾਸ ਹਾਈ ਕੋਰਟ। ਆ ਸੀ ਮਦਰਾਸ ਹਾਈ ਕੋਰਟ। ਇਹ ਤਿੰਨਾਂ ਦੇ ਵਿੱਚ ਤੁਹਾਨੂੰ ਬਹੁਤ ਉਲਝਾਇਆ ਜਾਊਗਾ, ਯਾਦ ਰੱਖਿਓ। ਅੰਡੇਮਾਨ ਨਿਕੋਬਾਰ ਦੇ ਕਲਕੱਤਾ ਅੰਡਰ ਹੈ, ਪੁਡੂਚੇਰੀ ਦੇ ਮਦਰਾਸ ਅੰਡਰ ਹੈ। ਆ ਰੱਖ ਲਓ PM ਪ੍ਰਧਾਨ ਮੰਤਰੀ, LK ਜਿਵੇਂ ਲਾਲ ਕ੍ਰਿਸ਼ਨ ਅਡਵਾਨੀ, ਵੈਸੇ ਕਹਿ ਰਿਹਾ ਮੈਂ, ਜਿਵੇਂ ਲਕਸ਼ਦੀਪ ਦਾ ਕੇਰਲਾ ਹੈ, AK ਅਰਵਿੰਦ ਕੇਜਰੀਵਾਲ, ਅੰਡੇਮਾਨ ਤਾਂ ਕਲਕੱਤਾ। ਲੀਡਰ ਸੁਖਣਾ ਆਪਣੇ ਹਮੇਸ਼ਾ ਜ਼ੁਬਾਨ ਤੇ ਹੀ ਰਹਿੰਦੇ ਹੈ, ਕਿਉਂਕਿ ਲੀਡਰ ਜਦੋਂ ਆਪਦੀ ਜ਼ੁਬਾਨ ਤੇ ਨਹੀਂ ਰਹਿੰਦੇ ਤਾਂ ਲੀਡਰ ਭਾਈ ਫਿਰ ਆਪਣੀ ਜ਼ੁਬਾਨ ਤੇ ਰਹਿੰਦੇ ਹੈ, ਤਾਂ ਆਪਾਂ ਨੂੰ ਯਾਦ ਕਰਨਾ ਸੌਖਾ ਹੈ। ਠੀਕ ਹੈ ਬੱਚੋ, ਫਿਰ ਅੱਜ ਦੇ ਸੈਸ਼ਨ ਦੀ ਆਪਾਂ ਸਮਾਪਤੀ ਕਰਦੇ ਹਾਂ। ਹੁਣ ਪ੍ਰੈਕਟਿਸ ਦੇਖਿਓ ਤੁਸੀਂ, ਆਪਾਂ ਹੌਲੀ ਹੌਲੀ ਕਿਸ ਲਾਰਜ ਸਕੇਲ ਤੇ ਲੈ ਜਾਾਂਗੇ। ਮੈਂ ਤੁਹਾਨੂੰ ਫੇਰ ਕਹਿ ਰਿਹਾ ਬੱਚੋ, ਇੱਕ ਹਫ਼ਤੇ ਦੇ ਅੰਦਰ ਅੰਦਰ, 1 ਵੀਕ ਦੇ ਅੰਦਰ ਅੰਦਰ ਆਪਣੇ ਵਿੱਚ ਪੋਲਿਟੀ ਨੂੰ ਲੈ ਕੇ ਪੂਰਾ ਕੌਨਫੀਡੈਂਸ ਬਣ ਜਾਣਾ। ਇਸ ਵਧੀਆ ਤਰੀਕੇ ਨਾਲ ਆਪਾਂ ਇਹ ਸਾਰੇ ਸੈਸ਼ਨ ਕਰਾਂਗੇ। ਠੀਕ ਹੈ, ਚਲੋ ਠੀਕ ਹੈ ਫਿਰ ਬੱਚੋ, ਮਿਲਦੇ ਹਾਂ ਫਿਰ ਆਪਾਂ ਕੱਲ ਨੂੰ। ਸਤਿ ਸ਼੍ਰੀ ਅਕਾਲ ਫਿਰ ਸਾਰਿਆਂ ਨੂੰ।